मैं गुरदर्शन बराड़ ਵਪਾਰਕ खेती चैनल बठिंडा तो ਅੱਜ ਅਸੀਂ ਪਹੁੰਚੇ ਹਾਂ ਪੈਸਟੀਸਾਈਡ ਫਰਟੀਲਾਈਜ਼ਰ ਸੀਡ ਐਸੋਸੀਏਸ਼ਨ ਦੇ ਪ੍ਰਧਾਨ ਯੂਨਿਟ ਬਠਿੰਡਾ ਦੇ ਪਵਨ ਸਿੰਗਲਾ ਜੀ ਕੋਲ। ਸਿੰਗਲਾ ਜੀ, ਸਵਾਗਤ ਹੈ ਤੁਹਾਡਾ ਚੈਨਲ ਦੇ ਵਿੱਚ। ਧੰਨਵਾਦ ਜੀ। ਸਭ ਤੋਂ ਪਹਿਲਾਂ ਤਾਂ ਮੈਂ ਵਪਾਰਕ ਖੇਤੀ ਚੈਨਲ ਦੇਖ ਰਹੇ ਮੇਰੇ ਦਰਸ਼ਕ ਭਰਾਵਾਂ ਨੂੰ ਜੀ ਆਇਆਂ ਕਹਿੰਦਾ। ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਬਰਾੜ ਸਾਹਿਬ ਦਾ ਅਤੇ ਇਹਨਾਂ ਦੇ ਸਾਥੀ ਕੈਮਰਾਮੈਨ ਦਾ ਕਿ ਜਿਨ੍ਹਾਂ ਨੇ ਸਾਡੀਆਂ ਸਮੱਸਿਆਵਾਂ ਨੂੰ, ਸਾਡੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ। ਪ੍ਰਧਾਨ ਜੀ, ਤੁਹਾਡੀ ਐਸੋਸੀਏਸ਼ਨ ਕਾਲ ਕਰ ਰਹੀ ਹੈ ਹੜਤਾਲ ਦੀ। ਇਹ ਹੜਤਾਲ ਦੇ ਪਿੱਛੇ ਤੁਹਾਡੀਆਂ ਕੀ ਸਮੱਸਿਆਵਾਂ ਹੈ, ਉਹਦੇ ਬਾਰੇ ਦੱਸੋ। ਬਰਾੜ ਸਾਹਿਬ, ਗੱਲ ਇਸ ਤਰ੍ਹਾਂ ਹੈ ਵੀ ਪਿਛਲੇ ਦਿਨੀ ਸਾਡੀ ਇੱਕ ਔਨਲਾਈਨ ਮੀਟਿੰਗ ਹੋਈ ਸੀ ਪੂਰੇ ਪੰਜਾਬ ਦੀ, ਜਿਹਦੇ ਵਿੱਚ ਪੰਜਾਬ ਦੀ ਹਰ ਮੰਡੀ ਦੇ ਵਿੱਚੋਂ ਸਾਡੇ ਡੀਲਰ ਭਰਾਵਾਂ ਨੇ ਹਿੱਸਾ ਲਿਆ ਸੀ। ਉਹਦੇ ਵਿੱਚ ਵੈਸੇ ਤਾਂ ਸਾਡੇ ਬਹੁਤੇ ਮੁੱਦੇ ਉੱਠ ਕੇ ਆਏ, ਲੇਕਿਨ ਜਿਹੜਾ ਮੇਨ ਮੁੱਦਾ ਸੀਗਾ ਸਾਡਾ ਹੜਤਾਲ ਦਾ, ਉਹ ਇੱਕੋ ਹੀ ਕਾਰਨ ਸੀਗਾ ਵੀ ਹੁਣ ਮੌਜੂਦਾ ਸਰਕਾਰ ਨੇ ਜਿਹੜੀ ਸੀਗੀ ਖਾਦ ਦੀ ਰੇਸ਼ੋ ਹੈ ਸੁਸਾਇਟੀਆਂ ਦੀ ਅਤੇ ਪ੍ਰਾਈਵੇਟ ਅਦਾਰਿਆਂ ਦੀ 60-40 ਦੀ ਕਰਤੀ, ਜੋ ਕਿ ਪਿਛਲੇ ਸਮੇਂ ਦੀ ਕਾਂਗਰਸ ਸਰਕਾਰ ਨੇ ਵੀ ਕੀਤੀ ਸੀਗੀ। ਲੇਕਿਨ ਕਾਂਗਰਸ ਸਰਕਾਰ ਨੇ ਜਦੋਂ ਇਹ ਨੀਤੀ ਅਪਣਾਈ ਸੀ ਕਣਕ ਵੇਲੇ, ਤਾਂ ਉਸ ਦੇ ਕਾਰਨ ਕੀ ਹੋਇਆ ਸੀਗਾ ਵੀ ਪੰਜਾਬ ਦੇ ਵਿੱਚ ਜਿੰਨੀਆਂ ਵੀ ਪ੍ਰਾਈਵੇਟ ਖਾਦ ਦੀਆਂ ਕੰਪਨੀਆਂ ਸੀਗੀਆਂ, ਉਹਨਾਂ ਨੇ ਆਪਣੇ ਹੱਥ ਖਿੱਚਣੇ ਸ਼ੁਰੂ ਕਰ ਦਿੱਤੇ ਸੀ, ਕਿਉਂਕਿ ਉਹ ਸਰਕਾਰੀ ਸੁਸਾਇਟੀਆਂ ਨੂੰ ਮਾਲ ਨਹੀਂ ਦਿੰਦੀਆਂ। ਇਸ ਕਰਕੇ ਪਿਛਲੇ ਕਣਕ ਦੇ ਸੀਜ਼ਨ ਦੇ ਵਿੱਚ ਤੁਸੀਂ ਦੇਖਿਆ ਵੀ ਖਾਦ ਦੀ, DAP ਦੀ, ਯੂਰੀਆ ਦੀ ਬੜੀ ਘਾਟ ਆਈ ਸੀ, ਜਿਹਦੇ ਨਾਲ ਕਣਕ ਦੇ ਝਾੜ ਦੇ ਉੱਤੇ ਬੜਾ ਮਾੜਾ ਅਸਰ ਪਿਆ ਸੀ। ਉਸੇ ਰੀਤ ਨੂੰ ਅੱਗੇ ਵਧਾਉਂਦੇ ਹੋਏ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਇਹਨਾਂ ਨੇ ਉਹੀ ਫੈਸਲਾ ਹੁਣ ਫਿਰ ਲਾਗੂ ਕਰ ਦਿੱਤਾ। ਇਹਦੇ ਨਾਲ ਕੀ ਹੈ ਵੀ ਜਿਹੜਾ ਪਹਿਲਾਂ ਤੋਂ ਹੀ ਲੱਕ ਟੁੱਟਿਆ ਹੋਇਆ ਕਿਸਾਨ ਦਾ ਅਤੇ ਦੁਕਾਨਦਾਰਾਂ ਦਾ, ਉਹ ਨਹੀਂ ਹਜੇ ਠੀਕ ਆਇਆ ਸੀ। ਉਸ ਤੋਂ ਬਾਅਦ ਫਿਰ ਨਰਮੇ ਦੀ ਮਾਰ ਪੈ ਗਈ। ਹੁਣ ਜੇ ਇਸ ਤਰ੍ਹਾਂ ਦੀ ਦੁਬਾਰੇ ਇਹ ਸਥਿਤੀ ਜਿਹੜੀ ਪੈਦਾ ਹੁੰਦੀ ਹੈ, ਲਾਗੂ ਕਰਦੀ ਹੈ, ਤਾਂ ਇਹਦੇ ਨਾਲ ਬਹੁਤਾ ਨੁਕਸਾਨ ਹੈ ਜਿਹੜਾ ਕਿਸਾਨਾਂ ਦਾ ਅਤੇ ਸਾਡੇ ਵਪਾਰ ਦਾ ਹੋਊਗਾ। ਇਹਦੇ ਸੰਬੰਧ ਦੇ ਵਿੱਚ ਪਿਛਲੇ ਦਿਨੀ ਸਾਡਾ ਜਿਹੜਾ ਪੰਜਾਬ ਲੈਵਲ ਦਾ ਇੱਕ ਵਫਦ ਸੀਗਾ, ਉਹ ਮਾਨਯੋਗ ਡਾਇਰੈਕਟਰ ਸਾਹਿਬ ਨੂੰ 9 ਮਈ ਨੂੰ ਮਿਲਿਆ ਸੀਗਾ, ਅਤੇ ਉਹਨਾਂ ਨੇ ਭਰੋਸਾ ਦਿੱਤਾ ਸੀਗਾ ਵੀ ਅਸੀਂ ਜਿਹੜੀਆਂ ਤੁਹਾਡੀਆਂ ਮੰਗਾਂ ਹੈਗੀਆਂ ਉਹਨਾਂ ਦੇ ਉੱਤੇ ਵਿਚਾਰ ਕਰਾਂਗੇ ਅਤੇ ਤੁਹਾਡੀ ਕਿਸੇ ਸਰਕਾਰੀ ਨੁਮਾਇੰਦੇ ਨਾਲ ਜਿਹੜੀ ਹੈ ਮੀਟਿੰਗ ਕਰਵਾ ਕੇ ਉਹਨਾਂ ਦਾ ਹੱਲ ਕਰਵਾਵਾਂਗੇ। ਪਰੰਤੂ ਪਿਛਲੇ ਦਿਨੀ ਜਦੋਂ ਮੀਟਿੰਗ ਹੋਈ ਹੈ, ਉਸ ਵੇਲੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਰਕਾਰ ਵੱਲੋਂ ਕੋਈ ਰਿਸਪੌਂਸ ਨਹੀਂ ਮਿਲਿਆ, ਅਤੇ ਉਸ ਮੀਟਿੰਗ ਦੇ ਵਿੱਚ ਜਿੰਨੇ ਵੀ ਸਾਡੇ ਮੰਡੀਆਂ ਦੇ ਪ੍ਰਧਾਨ, ਹੋਰ ਅਹੁਦੇਦਾਰ ਸਾਹਿਬਾਨ ਹਾਜ਼ਰ ਸੀ, ਉਹਨਾਂ ਨੇ ਸਾਰਿਆਂ ਨੇ ਇਸੇ ਗੱਲ ਦੇ ਉੱਤੇ ਸਹਿਮਤੀ ਪ੍ਰਗਟਾਈ ਸੀ ਕਿ ਇਸ ਜਿਹੜੀ ਇਹ ਗੂੰਗੀ ਬੋਲੀ ਸਰਕਾਰ ਹੈ, ਇਹਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦਾ ਸਿਰਫ ਅਤੇ ਸਿਰਫ ਇੱਕੋ ਹੀ ਤਰੀਕਾ ਹੈ ਵੀ ਆਪਾਂ ਆਪਣੇ ਕਾਰੋਬਾਰ ਬੰਦ ਕਰਕੇ ਅਤੇ ਚੰਡੀਗੜ੍ਹ ਜਿਹੜਾ ਖੇਤੀਬਾੜੀ ਵਿਭਾਗ ਦਾ ਦਫ਼ਤਰ ਹੈ, ਉੱਥੇ ਪੱਕੇ ਤੌਰ ਦੇ ਉੱਤੇ ਧਰਨਾ ਲਾਇਆ ਜਾਵੇ, ਤਾਂ ਹੀ ਆਪਣੀ ਸੁਣਵਾਈ ਹੋ ਸਕਦੀ ਹੈ। ਪ੍ਰਧਾਨ ਜੀ, ਕੋਆਪਰੇਟ ਸੁਸਾਇਟੀਆਂ ਨੂੰ ਜਿਹੜੀ ਪ੍ਰਾਈਵੇਟ ਕੰਪਨੀਆਂ ਇਹ ਮਾਲ ਕਿਉਂ ਨਹੀਂ ਦੇ ਰਹੀਆਂ? ਦੇਖੋ ਜੀ, ਜਿਹੜੀ ਸੁਣਨ ਦੇ ਵਿੱਚ ਇਸ਼ੂ ਆਏ ਹੈ ਵੀ ਇਹਨਾਂ ਨੂੰ ਜਿਹੜੀ ਸਬਸਿਡੀ ਵਗੈਰਾ ਦਾ ਚੱਕਰ ਹੈਗਾ, ਉਹ ਸਰਕਾਰ ਤੋਂ ਛੇਤੀ ਨਹੀਂ ਪ੍ਰਾਪਤ ਹੁੰਦੀ। ਇਸ ਕਰਕੇ ਜਿਹੜੀਆਂ ਇਹ ਪ੍ਰਾਈਵੇਟ ਕੰਪਨੀਆਂ ਖਾਦ ਹੈਗੀਆਂ, ਉਹ ਸੁਸਾਇਟੀਆਂ ਨੂੰ ਨਹੀਂ ਦੇ ਪਾਉਂਦੀਆਂ। ਉਹਨਾਂ ਦੀ ਸ਼ਾਇਦ ਕੋਈ ਪੈਸੇ ਦੀ ਵੀ ਪ੍ਰੋਬਲਮ ਹੈਗੀ ਹੈ ਕਿ ਪੈਸਾ ਜਿਹੜਾ ਵਪਾਰੀ ਤੋਂ ਟਾਈਮ ਸਿਰ ਮਿਲ ਜਾਂਦਾ, ਅਤੇ ਕੋਆਪਰੇਟ ਸੁਸਾਇਟੀਆਂ ਦਾ ਜਿਹੜਾ ਹੈਗਾ ਕਮਿਸ਼ਨ ਦਾ ਮਸਲਾ ਜਾਂ ਕੋਈ ਹੋਰ ਮਸਲੇ ਹੁੰਦੇ ਆ, ਉਹਨਾਂ ਤੋਂ ਸਹੀ ਟਾਈਮ 'ਤੇ ਪੈਸਾ ਨਾ ਮਿਲਣ ਦਾ ਕਾਰਨ ਵੀ ਇੱਕ ਮਾਰਕੀਟ ਦੀ ਗੱਲਬਾਤ ਚੱਲ ਰਹੀ ਹੈ। ਇਹ ਵੀ ਬਹੁਤ ਵੱਡਾ ਕਾਰਨ ਹੈ ਜੀ। ਪ੍ਰਾਈਵੇਟ ਅਦਾਰਿਆਂ ਨੂੰ ਤਾਂ ਜਿਸ ਟਾਈਮ ਰੈਕ ਚੱਲਦਾ ਹੈ, ਤਾਂ ਉਸ ਤੋਂ ਪਹਿਲਾਂ ਹੀ ਮਤਲਬ ਕਿ ਐਡਵਾਂਸ ਹੀ ਪੈਸੇ ਉਹਨਾਂ ਦੇ ਅਕਾਊਂਟ ਦੇ ਵਿੱਚ, ਕੰਪਨੀ ਦੇ ਵਿੱਚ ਪੈ ਜਾਂਦੇ ਆ। ਲੇਕਿਨ ਸੁਸਾਇਟੀਆਂ ਦੇ ਵਿੱਚ ਸੁਣਨ ਦੇ ਵਿੱਚ ਆਇਆ ਵੀ ਪਿਛਲੇ ਕਾਫੀ ਸਮੇਂ ਦੀ ਜਿਹੜੀ ਪੇਮੈਂਟ ਹੈ ਕੰਪਨੀਆਂ ਦੀ, ਉਹ ਹਜੇ ਪੈਂਡਿੰਗ ਪਈ ਹੈ। ਇਸੇ ਕਰਕੇ ਉਹ ਉਹਨਾਂ ਨੂੰ ਦੇਣ ਤੋਂ ਮਾਲ ਗੁਰੇਜ਼ ਕਰਦੀਆਂ। ਕਿਸਾਨ ਨੂੰ ਕੀ ਫਾਇਦਾ ਹੁੰਦਾ ਜੀ ਕਿ ਡੀਲਰ ਕੋਲ ਜੇਕਰ ਮਾਲ ਆਉਂਦਾ ਹੈ ਤਾਂ ਉਹਦੀ ਸਰਵਿਸ ਕਿੰਨੀ ਕੁ ਵਧੀਆ ਮਿਲਦੀ ਹੈ? ਜੇਕਰ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਜਾਂਦਾ ਹੈ ਤਾਂ ਉਹਨੂੰ ਕੋਈ ਖੱਜਲ ਖੁਆਰ ਹੋਣਾ ਪੈਂਦਾ ਜਾਂ ਤੁਹਾਡੇ ਕੋਲ ਖੱਜਲ ਖੁਆਰ ਹੋਣਾ ਪੈਂਦਾ, ਕਿਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ? ਦੇਖੋ ਬਰਾੜ ਸਾਹਿਬ, ਸਾਡੇ ਕੋਲ ਤਾਂ 24 ਘੰਟੇ ਦਰਵਾਜ਼ੇ ਖੁੱਲ੍ਹੇ ਹੈ। ਫਾਰਮਰ ਸਾਨੂੰ ਜੀ ਅੱਧੀ ਰਾਤ ਨੂੰ ਵੀ ਫੋਨ ਕਰ ਦਿੰਦਾ ਹੈ ਵੀ ਮੈਨੂੰ ਤੜਕੇ 6 ਵਜੇ ਖਾਦ ਚਾਹੀਦੀ ਹੈ, ਤਾਂ ਅਸੀਂ 6 ਵਜੇ ਆ ਕੇ ਦੁਕਾਨ ਖੋਲ੍ਹ ਕੇ ਉਹਦੀ ਖਾਦ ਦੀ ਪੂਰਤੀ ਦੇ ਦਿੰਦੇ ਹਾਂ। ਲੇਕਿਨ ਸੁਸਾਇਟੀਆਂ ਦਾ ਜਿਹੜਾ ਟਾਈਮ ਹੈ, ਉਹ ਟਾਈਮ ਦੇ ਪਾਬੰਦ ਹੈ। ਦੂਸਰੀ ਜਿਹੜੀ ਸਭ ਤੋਂ ਵੱਡਾ ਕਾਰਨ ਹੈਗਾ ਵੀ ਸੁਸਾਇਟੀਆਂ ਦੇ ਵਿੱਚ ਹਰ ਇੱਕ ਫਾਰਮਰ ਦਾ ਅਕਾਊਂਟ ਨਹੀਂ ਹੈ। ਅਗਰ ਉਹਦਾ ਅਕਾਊਂਟ ਨਹੀਂ ਹੈਗਾ ਤਾਂ ਉਹਨੂੰ ਖਾਦ ਨਹੀਂ ਮਿਲਣੀ। ਅਤੇ ਦੂਸਰਾ, ਤੁਸੀਂ ਪੈਸਟੀਸਾਈਡ ਦਾ ਕੰਮ ਕਰਦੇ ਹੋ, ਤੁਹਾਡੀ ਐਸੋਸੀਏਸ਼ਨ ਦੇ ਸਾਰੇ ਮੈਂਬਰ ਪੈਸਟੀਸਾਈਡ ਦਾ ਕੰਮ ਕਰਦੇ ਆ।
ਪੈਸਟੀਸਾਈਡ ਦੇ ਵਿੱਚ ਜਿੰਨੀ ਇਨਵੈਸਟਮੈਂਟ ਹੁੰਦੀ ਹੈ ਉਸ ਦੇ ਮੁਕਾਬਲੇ ਆਮ ਜਿਹੜੇ ਵਪਾਰ ਹੈ ਉਹਨਾਂ ਦੇ ਮੁਕਾਬਲੇ ਤੁਹਾਨੂੰ ਕਿੰਨਾ ਕੁ ਮੁਨਾਫਾ ਠੀਕ ਮਿਲ ਜਾਂਦਾ ਹੈ ਜਾਂ ਉਹਨਾਂ ਦੇ ਮੁਕਾਬਲੇ ਕਿੰਨੀਆਂ ਕੁ ਦਿੱਕਤਾਂ ਵੱਧ ਆਉਂਦੀਆਂ? ਦੇਖੋ ਬਰਾੜ ਸਾਹਿਬ, ਜਿੱਥੋਂ ਤੱਕ ਪੈਸਟੀਸਾਈਡ ਦੇ ਬਿਜ਼ਨਸ ਦਾ ਹੈ ਜਾਂ ਅਦਰ ਬਿਜ਼ਨਸ ਦਾ ਹੈ ਜਾਂ ਹੈਗਾ ਮੁਨਾਫੇ ਦਾ, ਇਹ ਜਿਹੜੇ ਮੈਟਰ ਹੈਗੇ ਹੈ, ਸਰਕਾਰ ਚਾਹੇ ਉਹ ਕਾਂਗਰਸ ਦੀ ਹੋਵੇ, ਚਾਹੇ ਉਹ ਅਕਾਲੀ ਦਲ ਦੀ ਹੋਵੇ, ਚਾਹੇ ਉਹ ਆਮ ਆਦਮੀ ਪਾਰਟੀ ਦੀ ਹੋਵੇ, ਸਭ ਦਾ ਟਾਰਗੇਟ ਸਿਰਫ ਤੇ ਸਿਰਫ ਵਪਾਰੀ ਹੁੰਦਾ ਹੈ। ਜਦੋਂ ਕਿ ਸਰਕਾਰ ਨੂੰ ਚਲਾਉਣ ਵਾਲਾ ਸਭ ਤੋਂ ਵੱਡਾ ਧੁਰਾ ਵਪਾਰੀ ਹੈ। ਉਸ ਤੋਂ ਵੀ ਵੱਡਾ ਧੁਰਾ ਜਿਹੜਾ ਹੈਗਾ ਸਾਡਾ ਪੰਜਾਬ ਦਾ ਕਾਰੋਬਾਰ ਹੈ, ਉਹ ਤਕਰੀਬਨ ਖੇਤੀ ਦੇ ਉੱਤੇ ਨਿਰਭਰ ਹੈ। ਤਾਂ ਸਾਡਾ ਕਾਰੋਬਾਰ ਜਿਹੜਾ ਹੈਗਾ ਬਹੁਤ ਵੱਡਾ ਯੋਗਦਾਨ ਹੈ ਪੰਜਾਬ ਸਰਕਾਰ ਨੂੰ ਚਲਾਉਣ ਦੇ ਵਿੱਚ, ਕਿਉਂਕਿ ਅਸੀਂ ਜਿੰਨਾ ਟੈਕਸ ਦੇ ਰੂਪ ਦੇ ਵਿੱਚ ਪੈਸਾ ਇਕੱਠਾ ਸਰਕਾਰ ਨੂੰ ਕਰਕੇ ਦਿੰਦੇ ਹਾਂ, ਤਾਂ ਸਰਕਾਰ ਵੱਲੋਂ ਉਹਦਾ 1% ਵੀ ਸਾਡੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਪ੍ਰਧਾਨ ਜੀ, ਜਿਹੜੀ ਗਲਾਈਸੋਫੇਟ ਹੈ, ਗਲਾਈਸੋਫੇਟ ਪੰਜਾਬ ਦੇ ਵਿੱਚ ਬਣਦਾ ਹੈ, ਆਲ ਕੰਟਰੀ ਦੇ ਵਿੱਚ ਮੈਨੂਫੈਕਚਰ ਵੀ ਹੁੰਦੀ ਹੈ ਅਤੇ ਉਹ ਸੇਲ ਵੀ ਹੁੰਦੀ ਹੈ। ਉਹਦੇ ਸੰਬੰਧੀ ਕੀ ਕਹਿਣਾ ਚਾਹੋਗੇ? ਸਰਕਾਰ ਦਾ ਕਿੰਨਾ ਕੁ ਨੁਕਸਾਨ ਹੁੰਦਾ ਹੈ? ਪੰਜਾਬ ਨੂੰ, ਕਿਸਾਨ ਨੂੰ ਕੀ ਪ੍ਰੋਬਲਮ ਆਉਂਦੀਆਂ, ਡੀਲਰ ਨੂੰ ਕੀ ਪ੍ਰੋਬਲਮ ਆਉਂਦੀ? ਦੇਖੋ ਜੀ, ਇਹ ਜਿਕੋਂ ਬ੍ਰਾਂਡਡ ਨੇਮ ਇਸ ਦਵਾਈ ਦਾ ਰਾਉਂਡ ਅਪ ਹੈ ਅਤੇ ਗਲਾਈਫੋਸੇਟ ਇਹਦੇ ਵਿੱਚ ਜਿਹੜਾ ਹੈਗਾ ਟੈਕਨੀਕਲ ਹੈਗਾ। ਇਹ ਪਿਛਲੇ ਸਮੇਂ ਦੀ ਕਾਂਗਰਸ ਸਰਕਾਰ ਨੇ ਇਸ ਦੇ ਉੱਤੇ ਪੰਜਾਬ ਦੇ ਵਿੱਚ ਸਿਰਫ ਬੈਨ ਲਾਤਾ ਸੀ, ਔਰ ਬੈਨ ਲਾਉਣ ਦਾ ਹਵਾਲਾ ਇਹ ਦਿੱਤਾ ਗਿਆ ਸੀਗਾ ਕਿ ਇਨਸਾਨੀ ਸਿਹਤ ਲਈ ਜਿਹੜੀ ਹੈਗੀ ਇਹ ਖਤਰਨਾਕ ਸਾਬਤ ਹੁੰਦੀ ਹੈ। ਬਿਲਕੁਲ ਸਹੀ ਹੈ, ਮੰਨਦੇ ਹਾਂ ਇਸ ਗੱਲ ਨੂੰ ਵੀ ਹੋ ਸਕਦੀ ਹੈ ਵੀ ਇਨਸਾਨੀ ਸਿਹਤ ਲਈ ਖਤਰਨਾਕ ਹੋਵੇ, ਲੇਕਿਨ ਉਹ ਸਿਰਫ ਪੰਜਾਬ ਲਈ ਹੀ ਕਿਉਂ, ਸਾਰੇ ਵਰਲਡ ਦੇ ਵਿੱਚ ਵਰਤੀ ਜਾਂਦੀ ਹੈ, ਦੇਸ਼ ਦੇ ਵਿੱਚ ਵਰਤੀ ਜਾਂਦੀ ਹੈ, ਸਾਰੇ ਕਿਤੇ ਵਰਤੀ ਜਾਂਦੀ ਹੈ। ਪੰਜਾਬ ਦੇ ਵਿੱਚ ਇਹ ਬੈਨ ਕਿਉਂ? ਇਹਦਾ ਕਾਰਨ ਕੀ ਹੈ ਵੀ ਇੱਕ ਨਾਮਵਰ ਕੰਪਨੀ ਸੀਗੀ, ਉਹਦੇ ਨਾਲ ਮੌਕੇ ਦੀਆਂ ਸਰਕਾਰਾਂ ਨੇ ਕੁਝ ਸਮਝੌਤੇ ਕੀਤੇ, ਉਹਨਾਂ ਦੇ ਕੁਝ ਪ੍ਰੋਡਕਟ ਆਉਂਦੇ ਸੀ, ਉਹਨਾਂ ਨੂੰ ਬਾਜ਼ਾਰ ਦੇ ਵਿੱਚ ਲਿਆਉਣ ਵਾਸਤੇ ਇਸ ਦਾ ਰੂਪ ਬਦਲ ਕੇ ਕਿਸੇ ਹੋਰ ਰੂਪ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ, ਲੇਕਿਨ ਫਾਰਮਰ ਦੀ ਉਸ ਪ੍ਰੋਡਕਟ ਦੇ ਉੱਤੋਂ ਕੋਈ ਤਸੱਲੀ ਨਹੀਂ ਹੋਈ ਅਤੇ ਫਾਰਮਰ ਅੱਜ ਵੀ ਇਸ ਨੂੰ ਆਪਣੇ ਗੁਆਂਢੀ ਰਾਜ ਪੰਜਾਬ, ਹਰਿਆਣੇ ਤੋਂ, ਰਾਜਸਥਾਨ ਤੋਂ ਲੈ ਕੇ ਆਉਣ ਲਈ ਮਜਬੂਰ ਹੈ। ਔਰ ਜਿਹੜੇ ਰੇਟ ਉਹ ਪਹਿਲਾਂ 300 ਕਿ 350 ਰੁਪਏ ਦਾ ਹੁੰਦਾ ਸੀਗਾ, ਅੱਜ ਉਹੀ ਰੇਟ ਜਿਹੜਾ ਹੈਗਾ ਬਾਹਰੋਂ 700 750 ਰੁਪਏ ਦਾ ਲੈ ਕੇ ਆ ਰਿਹਾ। ਇਹਦੇ ਨਾਲ ਕੀ ਹੈ ਵੀ ਸਾਡਾ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਹੈ, ਨਾਲ ਪੰਜਾਬ ਸਰਕਾਰ ਦਾ GST ਦਾ ਨੁਕਸਾਨ ਹੁੰਦਾ ਹੈ। ਉਸ ਤੋਂ ਵੀ ਵੱਡਾ ਨੁਕਸਾਨ ਸਾਡਾ ਇਹ ਨਹੀਂ ਹੈ ਵੀ ਇਕੱਲੀ ਇਹ ਗਲਾਈਫੋਸੇਟ ਫਾਰਮਰ ਜਿਹੜਾ ਹੈਗਾ ਵੀ ਉੱਥੋਂ ਲਿਆਉਂਦਾ ਹੈ। ਜਦੋਂ ਹਰਿਆਣੇ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਫਾਰਮਰ ਜਾਂਦਾ ਹੈ ਤਾਂ ਉਹ ਉੱਥੇ ਜਾ ਕੇ ਨਾਲ 2 ਹੋਰ ਪ੍ਰੋਡਕਟ ਵੀ ਲੈ ਆਉਂਦਾ ਹੈ, ਅਤੇ ਇਸ ਨਾਲ ਸਾਡਾ ਅਤੇ ਸਰਕਾਰ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਅਸੀਂ ਸਰਕਾਰ ਨੂੰ ਪਹਿਲਾਂ ਵੀ ਇਸ ਬਾਰੇ ਬੇਨਤੀ ਕਰ ਚੁੱਕੇ ਹਾਂ ਵੀ ਇਹਦੇ ਵੱਲ ਧਿਆਨ ਦਿੱਤਾ ਜਾਵੇ। ਸਰਕਾਰ ਦਾ ਕਿੰਨੇ ਕਰੋੜ ਰੁਪਏ ਦਾ ਨੁਕਸਾਨ ਹੋ ਜਾਂਦਾ ਟੈਕਸ ਦੇ ਰੂਪ ਦੇ ਵਿੱਚ? ਦੇਖੋ ਜੀ, ਜੇ ਆਪਾਂ ਐਕਚੁਅਲੀ ਫਿਗਰ ਕੱਢੀਏ ਤਾਂ ਇਹ ਨੁਕਸਾਨ ਹੈ ਜਿਹੜਾ ਅਰਬਾਂ ਰੁਪਈਆਂ ਦੇ ਵਿੱਚ ਜਾਊਗਾ। ਅਤੇ ਕਿਸਾਨ ਦੀ ਜਿਹੜੀ ਹੈਗੀ ਹੈ ਉਹ ਪੂਰਤੀ ਮੌਕੇ 'ਤੇ ਨਹੀਂ ਹੁੰਦੀ, ਉਹਨੂੰ ਦੂਰ ਜਾ ਕੇ ਲੈ ਕੇ ਆਉਣਾ ਪੈਂਦਾ, ਤਾਂ ਉਹਦੇ ਨਾਲ ਵੀ ਨੁਕਸਾਨ ਹੁੰਦਾ ਹੋਏਗਾ ਫਸਲ ਦਾ, ਜਿਹੜੇ ਮੌਕੇ 'ਤੇ ਉਹਨੂੰ ਟਾਈਮ ਚੀਜ਼ ਨਹੀਂ ਮਿਲਦੀ। ਦੇਖੋ ਇਸ ਤਰ੍ਹਾਂ ਹੀ ਕਿੱਥੇ ਤਾਂ ਹੁਣ ਫਾਰਮਰ ਪਿੰਡ ਤੋਂ ਚੱਲਦਾ, ਇੱਥੋਂ ਆ ਕੇ ਲੈ ਕੇ ਨਾਲ ਦੀ ਨਾਲ ਸਪਰੇਅ ਕਰ ਦਿਓ, ਉਹਦਾ ਮਸਲਾ ਹੱਲ ਹੋ ਗਿਆ। ਕਿੱਥੇ ਉਹਨੂੰ 2 ਦਿਨ ਪਹਿਲਾਂ ਜਾਣਾ ਪੈਂਦਾ ਹੈ, ਬਾਹਰ ਜਾਣਾ ਪੈਂਦਾ, ਇੱਥੋਂ 20 ਕਿਲੋ 30 ਕਿਲੋਮੀਟਰ ਹਰਿਆਣਾ ਦਾ ਬਾਰਡਰ ਲੱਗਦਾ, ਉੱਥੇ ਜਾਂਦਾ ਹੈ। ਆਫਟਰ ਆਲ 100 ਰੁਪਏ ਲੀਟਰ ਤੇਲ ਹੈ, ਤੇਲ ਫੂਕਦਾ ਉਹ ਸਭ ਤੋਂ ਵੱਡਾ ਨੁਕਸਾਨ ਹੈ। ਜੇਕਰ ਇਹ ਦਵਾਈ ਕਿਸੇ ਦੁਕਾਨਦਾਰ ਕੋਲ ਪਈ ਮਿਲ ਜਾਂਦੀ ਹੈ ਜਾਂ ਕਿਸੇ ਰੂਪ ਦੇ ਵਿੱਚ ਉਹ ਲਿਆ ਕੇ ਵੇਚਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉੱਥੇ ਕੋਈ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਂਦਾ? ਨਹੀਂ ਬਰਾੜ ਸਾਹਿਬ, ਜਦੋਂ ਦੀ ਇਹ ਦਵਾਈ ਬੈਨ ਹੋਈ ਹੈ ਅਤੇ ਮੇਰੀ ਨਿਗਾਹ ਦੇ ਵਿੱਚ ਅੱਜ ਤੱਕ ਕਿਸੇ ਡੀਲਰ ਨੇ ਇਹਨੂੰ ਵੇਚਣ ਦੀ ਜਾਂ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਜਿਹੜਾ ਵੀ ਪ੍ਰੋਡਕਟ ਬੈਨ ਹੋ ਜਾਂਦਾ ਉਹਨੂੰ ਵੇਚਣਾ ਅਸੀਂ ਕੋਈ ਜ਼ਰੂਰੀ ਨਹੀਂ ਸਮਝਦੇ। ਪ੍ਰਧਾਨ ਜੀ, ਹਰ ਸਾਲ ਜਦ ਸੀਜ਼ਨ ਸ਼ੁਰੂ ਹੁੰਦਾ ਹੈ ਤਾਂ ਉਸ ਟਾਈਮ 'ਤੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੋਡਕਟ ਬੈਨ ਹੁੰਦੇ ਆ, 8 ਤੋਂ 10 ਪ੍ਰੋਡਕਟ ਹਰ ਸਾਲ ਬੈਨ ਹੋ ਜਾਂਦੇ ਆ। ਇਸ ਸਾਲ ਕਿੰਨੇ ਕੁ ਪ੍ਰੋਡਕਟ ਬੈਨ ਹੋਏ ਆ ਅਤੇ ਉਹਦੇ ਨਾਲ ਕੀ ਦਿੱਕਤਾਂ? ਸਰ, ਬਹੁਤ ਵਧੀਆ ਤੁਸੀਂ ਸਵਾਲ ਕੀਤਾ ਹੈ। ਜਿਹੜੇ ਇਹ ਪ੍ਰੋਡਕਟ ਬੈਨ ਹੁੰਦੇ ਆ, ਖਾਸ ਕਰਕੇ ਬਾਸਮਤੀ ਦੇ ਉੱਤੇ 8-9 ਪ੍ਰੋਡਕਟ ਹੈਗੇ ਹੈ, ਉਹ ਹਰ ਸਾਲ ਬੰਦ ਹੁੰਦੇ ਹੈ, ਔਰ ਬੰਦ ਹੋਣ ਦਾ ਸਿਰਫ ਹਵਾਲਾ ਇਹੀ ਦਿੱਤਾ ਜਾਂਦਾ ਹੈ ਕਿ ਇਹਨਾਂ ਦੇ ਜਿਹੜੇ ਅੰਸ਼ ਹੈ
ਉਹ ਬਾਸਮਤੀ ਦੇ ਵਿੱਚ ਪਾਏ ਜਾਂਦੇ ਆ, ਇਹਨੂੰ ਐਕਸਪੋਰਟ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ। ਅਸੀਂ ਮੰਨਦੇ ਹਾਂ ਵੀ ਹੋ ਸਕਦਾ ਇਹਦੇ ਅੰਸ਼ ਪਾਏ ਜਾਂਦੇ ਹੋਣ, ਪਰੰਤੂ ਜੇ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਤਾਂ ਇਹਨਾਂ ਮੋਲੀਕਿਊਲ ਨੂੰ, ਇਹਨਾਂ ਟੈਕਨੀਕਲਾਂ ਨੂੰ ਪੱਕੇ ਤੌਰ 'ਤੇ ਕਿਉਂ ਨਹੀਂ ਬੰਦ ਕੀਤਾ ਜਾਂਦਾ? ਤੁਸੀਂ ਹਿਸਾਬ ਲਾ ਲਓ ਵੀ ਅੱਜ ਨਵਾਂ ਸੀਜ਼ਨ ਸ਼ੁਰੂ ਹੋਣ ਨੂੰ 1-4 ਤੋਂ ਲੈ ਕੇ 3 ਮਹੀਨੇ ਦੇ ਕਰੀਬ ਬੀਤ ਚੁੱਕੇ। ਅਸੀਂ ਜਿੰਨਾ ਵੀ ਮਾਲ ਸੇਲ ਕਰਨਾ ਹੁੰਦਾ ਹੈ ਤਕਰੀਬਨ ਉਹ 2 ਮਹੀਨੇ, ਚੌਥੇ ਔਰ 5ਵੇਂ ਮਹੀਨੇ ਦੇ ਵਿੱਚ ਆਪਣੀਆਂ ਦੁਕਾਨਾਂ ਦੇ ਵਿੱਚ ਸਟਾਕ ਕਰ ਲਾਣੇ ਆ। ਅਗਰ ਉਸ ਤੋਂ ਬਾਅਦ ਆ ਕੇ ਹਰ ਸਾਲ ਇਹ ਸਰਕਾਰਾਂ ਕਹਿੰਦੀਆਂ ਵੀ ਇਹ ਪ੍ਰੋਡਕਟ ਬੰਦ ਹੈ, ਤਾਂ ਸਾਡਾ ਜਿਹੜਾ ਹੈਗਾ ਲੱਖਾਂ ਰੁਪਈਆਂ ਦਾ ਮਾਲ ਗੋਡਾਊਨਾਂ ਦੇ ਵਿੱਚ ਪਿਆ ਹੀ ਖਰਾਬ ਹੋ ਜਾਂਦਾ ਹੈ। ਸਰਕਾਰ ਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇ ਕੋਈ ਇਸ ਤਰ੍ਹਾਂ ਦੇ ਵੈਨ ਲਾਉਣਾ ਹੈ ਤਾਂ ਪਹਿਲਾਂ ਇੰਟੀਮੇਸ਼ਨ ਕਰ ਦੇਣ, ਅਸੀਂ ਉਹ ਪ੍ਰੋਡਕਟ ਮੰਗਾਈਏ ਨਾ, ਸਾਨੂੰ ਕੀ ਜ਼ਰੂਰਤ ਹੈ। ਇੱਕ ਬਾਜ਼ਾਰ ਨੇ ਆਪਣਾ ਇੱਕ ਪ੍ਰੋਡਕਟ ਖਰੀਦ ਲਿਆ ਤਾਂ ਉਸ ਨੂੰ ਸੰਭਾਲਣਾ ਅਤੇ ਵਾਪਸ ਕਰਨਾ ਜਾਂ ਕਿਸੇ ਤਰੀਕੇ ਨਾਲ ਉਹਦੀ ਹੋਰ ਫਸਲਾਂ 'ਤੇ ਵੇਚਣਾ, ਉਹਦੇ ਲਈ ਕਿੱਡੀ ਸਰਦਰਦੀ ਹੈ। ਜੇਕਰ ਇਹ ਫੈਸਲਾ ਸਹੀ ਟਾਈਮ 'ਤੇ ਹੋ ਜਾਂਦਾ ਹੈ ਅਤੇ ਸੁਚੱਜਾ ਫਰੂਟਫੁੱਲ ਸੁਚੱਜਾ ਫੈਸਲਾ ਹੁੰਦਾ ਹੈ, ਫਰਟੀਲਾਈਜ਼ਰ ਹੁੰਦਾ ਹੈ, ਉਹਦੇ 'ਚ ਆਮ ਸ਼ਿਕਾਇਤ ਆਉਂਦੀ ਹੈ ਫਾਰਮਰ ਦੀ ਕਿ ਉਹਨੂੰ ਸਮੇਂ ਸਿਰ ਨਹੀਂ ਮਿਲਦਾ, ਅਤੇ ਕੰਪਨੀ ਜਿਹੜੀ ਹੈਗੀ ਹੈ, ਡੀਲਰ ਇਹ ਸਮਝਦਾ ਹੈ ਕਿ ਵੀ ਸਾਨੂੰ ਵੀ ਖੱਜਲ ਖੁਆਰ ਹੋ ਕੇ ਮਿਲਦਾ ਹੈ। ਉੱਥੇ ਕੀ ਪ੍ਰੋਬਲਮ ਆਉਂਦੀ ਹੈ ਅਤੇ ਇਹਨੂੰ ਕਿਵੇਂ ਹੱਲ ਕੀਤਾ ਜਾ ਸਕਦਾ? ਦੇਖੋ, ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਮਤਲਬ ਕਿ ਜਿਹੜੀ ਸਰਕਾਰ ਨੇ ਇਹ ਰੇਸ਼ੋ ਬਣਾਈ ਹੈ 60-40 ਦੀ, ਉਹਦੇ ਨਾਲ ਜਿਹੜੀਆਂ ਕੰਪਨੀਆਂ ਹੈਗੀਆਂ ਮਾਲ ਘੱਟ ਸ਼ੋਅ ਕਰ ਰਹੀਆਂ। ਔਰ ਪਿਛਲੇ ਦਿਨ ਜਿਹੜੀ ਸਾਡੀ ਵਰਚੁਅਲ ਮੀਟਿੰਗ ਹੋਈ ਸੀ, ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਉੱਠ ਕੇ ਇਹੀ ਆਇਆ ਸੀ ਵੀ ਜਿਹੜੀਆਂ ਵੀ ਫਰਟੀਲਾਈਜ਼ਰ ਦੀਆਂ ਮੈਨੂਫੈਕਚਰ ਕੰਪਨੀਆਂ ਹੈਗੀਆਂ ਉਹ ਬਗੈਰ ਟੈਗ ਕੀਤੇ ਕੋਈ ਵੀ ਫਰਟੀਲਾਈਜ਼ਰ ਮਾਰਕੀਟ ਦੇ ਵਿੱਚ ਨਹੀਂ ਦਿੰਦੀਆਂ, ਔਰ ਸ਼ਰੇਆਮ ਕਹਿ ਕੇ ਦਿੰਦੀਆਂ ਵੀ ਤੁਸੀਂ ਇਹਦੇ ਨਾਲ ਸਲਫਰ ਲੈ ਲਓ, ਤੁਸੀਂ ਇਹਦੇ ਨਾਲ ਮੈਗਨੀਸ਼ੀਅਮ ਲੈ ਲਓ, ਤੁਸੀਂ ਇਹਦੇ ਨਾਲ ਜਿਪਸਮ ਲੈ ਲਓ, ਕੋਈ ਵੀ ਪ੍ਰੋਡਕਟ ਲੈ ਲਓ, ਫਿਰ ਤੁਹਾਨੂੰ ਜਿਹੜੀ ਹੈਗੀ ਆ ਉਹ ਫਰਟੀਲਾਈਜ਼ਰ ਮਿਲੂਗੀ, ਅਦਰਵਾਈਜ਼ ਤੁਹਾਨੂੰ ਉਹ ਫਰਟੀਲਾਈਜ਼ਰ ਨਹੀਂ ਮਿਲੂਗੀ। ਦੂਸਰਾ ਜਿਹੜੀ ਹੈਗੀ ਹੈ, ਹੁਣ ਪਿਛਲੇ ਦਿਨੀ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਆਪਣੀ ਨੈਨੋ ਯੂਰੀਆ ਦੀ ਫੈਕਟਰੀ ਦਾ ਉਦਘਾਟਨ ਕੀਤਾ ਸੀਗਾ। ਅਸੀਂ ਮੰਨਦੇ ਹਾਂ ਕਿ ਬਹੁਤ ਵਧੀਆ ਪ੍ਰੋਡਕਟ ਹੈ, ਪਰੰਤੂ ਉਸ ਨੂੰ ਚਲਾਉਣ ਲਈ ਜਾਂ ਤਾਂ ਸਰਕਾਰੀ ਲੈਵਲ 'ਤੇ ਡਿਪਾਰਟਮੈਂਟ ਦੀ ਜਿਹੜੀ ਹੈ ਇਹਦੇ ਵਿੱਚ ਇਨਵੋਲਵਮੈਂਟ ਕੀਤੀ ਜਾਵੇ, ਵੀ ਫਾਰਮਰ ਨੂੰ ਜਿਹੜਾ ਹੈਗਾ ਉਹ ਅਵੇਅਰ ਕਰੇ ਕਿ ਵੀ ਇਹ ਜਿਹੜੀ ਨੈਨੋ ਯੂਰੀਆ ਹੈਗੀ ਆ ਬਹੁਤ ਵਧੀਆ ਪ੍ਰੋਡਕਟ ਹੈ। ਅਸੀਂ ਵੀ ਜਾਣਦੇ ਹਾਂ, ਜਿੰਨੇ ਫਾਰਮਰਾਂ ਨੇ ਵਰਤੀ ਹੈ ਉਹ ਵੀ ਜਾਣਦੇ ਆ ਇਸ ਗੱਲ ਨੂੰ। ਡਿਸਟਰੀਬਿਊਟਰ ਜਦੋਂ ਸਾਡੇ ਕੋਲ ਮਾਲ ਲੈ ਕੇ ਆਉਂਦਾ ਵੀ ਯੂਰੀਆ ਤੁਸੀਂ ਜੇ 100 ਗੱਟਾ ਲੈਣਾ ਹੈ ਤਾਂ ਤੁਹਾਨੂੰ 2 ਪੇਟੀਆਂ ਨੈਨੋ ਯੂਰੀਆ ਦੀਆਂ ਮਿਲਣਗੀਆਂ। ਉਹ ਤੁਸੀਂ ਜਾ ਕੇ ਕੈਮਰੇ ਨਾਲ ਹੀ ਤੁਸੀਂ ਦਿਖਾ ਵੀ ਸਕਦੇ ਹੋ ਵੀ ਮੇਰੀ ਦੁਕਾਨ ਦੇ ਵਿੱਚ ਘੱਟੋ ਘੱਟ 20 ਪੇਟੀਆਂ ਜਿਹੜੀਆਂ ਹੈਗੀਆਂ ਨੈਨੋ ਯੂਰੀਆ ਦੇ ਇੱਕ ਪਾਸੇ ਲੱਗੀਆਂ ਪਈਆਂ। ਫਾਰਮਰ ਉਹਨੂੰ ਲੈਣ ਨੂੰ ਤਿਆਰ ਨਹੀਂ, ਅਤੇ ਉਹ ਲਏ ਤੋਂ ਬਿਨਾਂ ਜਿਹੜੀ ਹੈਗੀ ਹੈ ਯੂਰੀਆ ਸਾਡੇ ਕੋਲ ਆਉਂਦੀ ਨਹੀਂ। ਸਰਕਾਰ ਨੂੰ ਇਸ ਸੰਬੰਧ ਦੇ ਵਿੱਚ ਬਹੁਤ ਵਾਰ ਜਾਣੂ ਕਰਵਾ ਚੁੱਕੇ ਹਾਂ, ਇਸ ਵੱਲ ਧਿਆਨ ਦਿੱਤਾ ਜਾਵੇ। ਇਹ ਨਾ ਹੋਵੇ ਕਿ ਫਾਰਮਰ ਜਿਹੜਾ ਹੈਗਾ ਇਸੇ ਕਾਰਨ ਬਰਬਾਦੀ ਦੇ ਕੰਢੇ 'ਤੇ ਲਾਂਚ ਕੀਤਾ ਹੈ। ਉਸ ਸੰਬੰਧੀ ਟੈਕਨੀਕਲੀ ਜਿਹੜੀ ਟੀਮ ਹੈ ਉਹ ਇਹ ਦੱਸਦੀ ਹੈ ਕਿ ਵੀ ਉਹ ਬਹੁਤ ਵਧੀਆ ਪ੍ਰੋਡਕਟ ਹੈ, ਪਰੰਤੂ ਹਜੇ ਤੱਕ ਫਾਰਮਰ ਤੱਕ ਅਵੇਅਰਨੈਸ ਪਹੁੰਚਾਉਣ ਦੇ ਲਈ ਸਰਕਾਰਾਂ ਅਤੇ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਕਾਮਯਾਬ ਨਹੀਂ ਹੋਈਆਂ। ਉਹਦੇ 'ਚ ਡੀਲਰ ਪਿਸ ਰਿਹਾ। ਡੀਲਰ ਦੀ ਜਿਹੜੀ ਪ੍ਰੋਬਲਮ ਹੈ ਉਹ ਸਟਾਕ ਦੀ ਬਣ ਰਹੀ ਹੈ। ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਨੂੰ ਹੱਲ ਕਰਨ ਲਈ ਕੰਪਨੀਆਂ ਨੂੰ ਅਤੇ ਐਗਰੀਕਲਚਰ ਡਿਪਾਰਟਮੈਂਟ ਨੂੰ ਸਾਂਝਾ ਉਦਮ ਕਰਨ ਦੀ ਲੋੜ ਹੈ ਅਤੇ ਕਿਸਾਨ ਨੂੰ ਸਮਝਾਉਣ ਦੀ ਜ਼ਰੂਰਤ ਹੈ। ਪੰਜਾਬ ਪੈਸਟੀਸਾਈਡ ਫਰਟੀਲਾਈਜ਼ਰ ਸੀਡ ਐਂਡ ਪੈਸਟੀਸਾਈਡ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰਿੰਸ ਸਿੰਗਲਾ ਜੀ ਸਾਡੇ ਨਾਲ ਹੈ। ਇਹਨਾਂ ਨੂੰ ਸਵਾਲ ਪੁੱਛਦੇ ਹਾਂ ਕਿ ਪੈਸਟੀਸਾਈਡ ਦੇ ਵਿੱਚ ਜਦ ਸਿੰਪਲ ਫੇਲ ਹੁੰਦਾ ਉਹਦੇ ਵਿੱਚ ਕਿਸ ਦਾ ਜਿਹੜਾ ਰੋਲ ਅਹਿਮ ਮੰਨਿਆ ਜਾਂਦਾ ਹੈ? ਕੰਪਨੀ ਦਾ ਰੋਲ ਅਹਿਮ ਮੰਨਿਆ ਜਾਂਦਾ ਹੈ ਜਾਂ ਡੀਲਰ ਦਾ ਰੋਲ ਅਹਿਮ ਮੰਨਿਆ ਜਾਂਦਾ ਹੈ? ਕਾਨੂੰਨ ਮੁਤਾਬਕ ਕਿਹਦਾ ਮੰਨਿਆ ਜਾਂਦਾ ਹੈ ਅਤੇ ਹੋਣਾ ਕਿਸ ਦਾ ਚਾਹੀਦਾ? ਇਹ ਪੈਸਟੀਸਾਈਡ ਦਾ ਜਦੋਂ ਸੈਂਪਲ ਫੇਲ ਆਉਂਦਾ ਜੀ, ਉਹ ਫਸਟ ਪਾਰਟੀ ਡੀਲਰ ਨੂੰ ਬਣਾਇਆ ਜਾਂਦਾ ਹੈ। ਜਦੋਂ ਕਿ ਡੀਲਰ ਨੇ ਬੰਦ ਪੈਕਿੰਗ ਲੈ ਕੇ ਬੰਦ ਪੈਕਿੰਗ ਹੀ ਵੇਚਣੀ ਹੈ ਅਤੇ ਫਸਟ ਪਾਰਟੀ ਪਰੇਸ਼ਾਨ ਵੀ ਉਦੋਂ ਬਾਅਦ ਡੀਲਰ ਹੀ ਹੁੰਦਾ ਹੈ। ਕੰਪਨੀ ਨੂੰ ਕੋਈ ਇਸ 'ਤੇ ਇਫੈਕਟ ਨਹੀਂ ਪੈਂਦਾ। ਈਵਨ ਕਿ ਜੇ ਇਸ 'ਚ ਸੁਧਾਰ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਫਸਟ ਪਾਰਟੀ ਕੰਪਨੀ ਨੂੰ ਬਣਾਇਆ ਜਾਵੇ ਜਿਹੜੀ ਕਿ ਉਸ ਚੀਜ਼ ਨੂੰ ਤਿਆਰ ਕਰਦੀ ਹੈ। ਜੇ ਉਹ ਤਿਆਰ ਹੀ ਸਹੀ ਕਰੂਗੀ ਤਾਂ ਆਪੇ ਸੈਂਪਲ ਵੀ ਪਾਸ ਹੋਣਗੇ, ਡੀਲਰ ਨੂੰ ਵੀ ਨਹੀਂ ਪਰੇਸ਼ਾਨੀ ਆਉਣੀ, ਫਾਰਮਰ ਨੂੰ ਵੀ ਨਹੀਂ ਪਰੇਸ਼ਾਨੀ ਆਉਣੀ।
ਹੁਣ ਤੁਸੀਂ ਇੱਕ ਮੋਟੀ ਜੀ ਗੱਲ ਲਾ ਲਓ, ਆਪਣੇ ਨਾਲ ਹੀ ਹੁਣ ਆਪਣਾ ਹਿੱਸਾ ਹੀ ਹੈ ਜੰਮੂ ਕਸ਼ਮੀਰ ਹੈ, ਉੱਥੇ ਕੋਈ ਵੀ ਪੈਸਟੀਸਾਈਡ ਆਉਂਦੀ ਹੈ ਪਹਿਲਾਂ ਗਡਾਊਨ 'ਚ ਆਊਗੀ ਕੰਪਨੀ ਦੇ 'ਚ, ਉੱਥੋਂ ਸੈਂਪਲ ਭਰਿਆ ਜਾਊ। ਜੇ ਸੈਂਪਲ ਦੀ ਰਿਪੋਰਟ ਓਕੇ ਆਉਂਦੀ ਹੈ, ਪਾਸ ਆਉਂਦੀ ਹੈ, ਤਾਂ ਉਹ ਮਤਲਬ ਦੁਕਾਨਦਾਰਾਂ ਨੂੰ ਬਿਲਿੰਗ ਕਰ ਸਕਦੇ ਹੈ। ਇਹ ਬਹੁਤ ਵਧੀਆ ਉਹਨਾਂ ਦਾ ਇੱਕ ਸਿਸਟਮ ਹੈ। ਉਹ ਆਪਣੇ ਕਿਉਂ ਨਹੀਂ ਹੋ ਸਕਦਾ ਇੱਥੇ? ਜਦੋਂ ਮਤਲਬ ਸੈਂਪਲ ਪਾਸ ਹੋ ਕੇ ਫਾਰਮਰ ਕੋਲੇ ਜਾਊਗਾ, ਸਾਡੇ ਡੀਲਰ ਕੋਲੇ ਆਊਗਾ, ਫਾਰਮਰ ਕੋਲੇ ਜਾਊਗਾ, ਤਾਂ ਉਹ ਸਾਰਾ ਕੁਝ ਵਧੀਆ ਹੀ ਵਧੀਆ ਹੋਊਗਾ। ਨਾ ਤਾਂ ਐਗਰੀਕਲਚਰ ਦੀ ਟੀਮ ਨੂੰ ਦੁਕਾਨ ਜਾਣ ਦੀ ਲੋੜ ਪੈਣੀ ਹੈ, ਨਾ ਕੋਈ ਇਹੋ ਜਿਹਾ ਪ੍ਰੋਡਕਟ ਹੋਣਾ ਜਿਹਦਾ ਸੈਂਪਲ ਪਾਸ ਹੋਏ ਤੋਂ ਬਿਨਾ ਪੰਜਾਬ 'ਚ ਸੇਲ ਹੋਵੇ। ਪੈਸਟੀਸਾਈਡ ਕੰਪਨੀਆਂ ਦੇ ਗੋਡਾਊਨ ਹੈਗੇ ਆ ਬਠਿੰਡਾ ਦੇ ਵਿੱਚ ਹੀ, ਉਹ ਇੱਥੋਂ ਕਰੋੜਾਂ ਰੁਪਏ ਦਾ ਮਾਲ ਵੇਚਦੀਆਂ। ਦੁਕਾਨਦਾਰ ਉਹਨਾਂ ਦੇ ਹਿੱਸੇ 100ਵਾਂ ਜਾਂ 1000ਵਾਂ ਹਿੱਸਾ ਵੀ ਨਹੀਂ ਵੇਚਦਾ। ਉਹਨਾਂ ਦੇ ਸਿੰਪਲ ਘੱਟ ਕਿਉਂ ਹੁੰਦੇ ਆ ਅਤੇ ਇੱਥੇ ਦੁਕਾਨਦਾਰਾਂ ਦੇ ਸਿੰਪਲ ਕਿਉਂ ਜ਼ਿਆਦਾ ਹੁੰਦੇ ਆ? ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹੀ ਤਾਂ ਕੁਐਸਚਨ ਸਾਡਾ ਹੈ ਬਰਾੜ ਸਾਹਿਬ, ਵੀ ਜਦੋਂ ਜਿੱਥੋਂ ਚੀਜ਼ ਆਣੀ ਹੈ ਜੇ ਉੱਥੇ ਹੀ ਸੈਂਪਲ ਭਰੇ ਜਾਣ ਤਾਂ ਕੋਈ ਇਸ਼ੂ ਹੀ ਨਾ ਰਵੇ। ਡਿਪਾਰਟਮੈਂਟ ਦੀ ਟੈਨਸ਼ਨ ਅੱਧੀ ਰਹਿ ਜੇ, ਦੁਕਾਨਦਾਰਾਂ ਵੀ ਸੋਕਾ ਦੀ ਜਿਹੜੀ ਚੀਜ਼ 'ਤੇ ਡਾਊਟ ਲੱਗੇ ਦੁਕਾਨਦਾਰਾਂ ਨੂੰ ਉਹ ਆਪ ਕਹਿਣ ਵੀ ਇਹ ਸੈਂਪਲ ਲਓ ਜੀ, ਇਹਦਾ ਸਾਨੂੰ ਡਾਊਟ ਲੱਗਦਾ, ਜਾਂ ਮਾੜਾ ਜਿਹਾ ਚੈੱਕ ਕਰਕੇ ਦੱਸੋ ਸਾਨੂੰ ਵੀ ਕੀ ਚੀਜ਼ ਹੈ। ਉਹ ਜਦੋਂ ਇਸ਼ੂ ਹੀ ਪਾਰਟੀ ਨੂੰ ਫਸਟ ਪਾਰਟੀ ਬਣਾਇਆ ਜਾਂਦਾ ਹੈ ਕੋਰਟ ਕੇਸ 'ਚ ਹੋਰ 'ਚ, ਉਹ ਪਾਰਟੀ ਸੋਕਾ ਦੀ ਉਸ ਚੀਜ਼ ਨੂੰ ਜੇ ਕੋਈ ਲੱਗੇ ਵੀ ਉਹਨੂੰ ਤਾਂ ਉਹ ਉਜਾਗਰ ਨਹੀਂ ਕਰਦੀ ਉਸ ਚੀਜ਼ ਨੂੰ। ਜਦੋਂ ਸੈਂਪਲ ਹੀ ਡਿਪਾਰਟਮੈਂਟ ਉਹਨਾਂ 'ਚੋਂ ਡਿਪਾਰਟਮੈਂਟ ਕੰਪਨੀ ਦੇ ਉਸ 'ਚੋਂ ਲਵੇ ਤਾਂ ਇਹ ਸਾਰੇ ਇਸ਼ੂ ਹੀ ਖਤਮ ਹੋ ਜਾਣ। ਹੁਣ ਮੰਨ ਲਓ ਸੈਂਪਲ ਭਰ ਲਿਆ, ਸੈਂਪਲ ਫੇਲ ਆ ਗਿਆ, ਜਦੋਂ ਸੈਂਪਲ ਫੇਲ ਆਊਗਾ ਫਾਰਮਰ ਤਾਂ ਉਦੋਂ ਤੱਕ ਲਿਜਾ ਚੁੱਕਿਆ ਹੁੰਦਾ। ਫਾਰਮਰ ਨੂੰ ਫੇਲ ਆ ਜਾਏ ਜਾਂ ਪਾਸ ਆ ਜਾਏ, ਫਾਰਮਰ ਨੂੰ ਕੀ ਮਿਲਦਾ? ਉਹਨੇ ਪੂਰਾ ਪੈਸਾ ਸਾਨੂੰ ਦਿੱਤਾ ਹੈ, ਡੀਲਰਾਂ ਨੂੰ ਪੂਰਾ ਪੈਸਾ ਅਸੀਂ ਕੰਪਨੀ ਨੂੰ ਦਿੱਤਾ ਹੈ। ਈਵਨ ਕਿ ਜੇ ਕੰਪਨੀ ਨੇ ਘੱਟ ਪਾਇਆ ਤਾਂ ਉਹਦੀ ਦੋਸ਼ੀ ਕੰਪਨੀ ਹੀ ਹੋਣੀ ਚਾਹੀਦੀ ਹੈ। ਕੰਪਨੀ ਮਾਲ ਬਣਾਉਂਦੀ ਹੈ, ਤੁਸੀਂ ਮਾਲ ਵੇਚਦੇ ਹੋ। ਕੰਪਨੀ ਸੀਲਬੰਦ ਮਾਲ ਦਿੰਦੀ ਹੈ, ਤੁਸੀਂ ਮਾਲ ਵੇਚ ਦਿੰਦੇ ਹੋ, ਸੀਲਬੰਦ ਵੇਚ ਦਿੰਦੇ ਹੋ। ਤਾਂ ਉੱਥੇ ਜੇਕਰ ਕੋਈ ਕੁਆਲਿਟੀ ਦੇ ਵਿੱਚ ਫਰਕ ਆਉਂਦਾ ਹੈ ਤਾਂ ਉੱਥੇ ਨੁਕਸਾਨ ਜ਼ਿਮੀਂਦਾਰ ਦਾ ਹੋ ਜਾਂਦਾ ਹੈ। ਉੱਥੇ ਹੁਣ ਕੀ ਸੁਝਾਅ ਦਿੰਦੇ ਹੋ ਕਿ ਇੱਕ ਕੰਪਨੀ 50 ਕਰੋੜ ਦਾ ਮਾਲ ਵੇਚਦੀ ਹੈ, ਉਹਦੇ ਸਿੰਪਲ ਵੱਧ ਹੋਣੇ ਚਾਹੀਦੇ ਹੈ, ਜਾਂ 1 ਕਰੋੜ ਕੰਪਨੀ 5 ਕਰੋੜ ਦਾ ਮਾਲ ਵੇਚਦੀ ਹੈ, ਕੰਪਨੀ ਮੁਤਾਬਕ ਹੋਣੀ ਚਾਹੀਦੀ ਹੈ, ਡੀਲਰ ਮੁਤਾਬਕ ਮੰਡੀਆਂ 'ਚ ਡੀਲਰ ਮੁਤਾਬਕ ਹੋਣੀ ਚਾਹੀਦੀ ਹੈ, ਕਿਹੜਾ ਡੀਲਰ ਵੱਧ ਵੇਚਦਾ ਹੈ? ਉਸ ਸੰਬੰਧੀ ਕੀ ਕਹਿਣਾ ਚਾਹੋਗੇ? ਉਹ ਤਾਂ ਬਰਾੜ ਸਾਹਿਬ ਸਾਰੇ ਇਸ਼ੂ ਹੀ ਖਤਮ ਹੋ ਜਾਣਗੇ ਜਦੋਂ ਕੰਪਨੀ ਦੇ ਗਡਾਊਨ 'ਚ ਮਾਲ ਆਇਆ ਪੰਜਾਬ 'ਚ ਸੇਲ ਵਾਸਤੇ। ਜੇ ਉੱਥੋਂ ਸੈਂਪਲ ਹੋਣ ਤਾਂ ਮਤਲਬ ਕੋਈ ਇਸ਼ੂ ਨਹੀਂ ਰਹਿਣਾ ਵੀ ਡੀਲਰ ਤੋਂ ਸੈਂਪਲ ਲੈਣਾ, ਜਾਂ ਡੀਲਰ ਦੇ ਮਨ 'ਚ ਕੋਈ ਡਾਊਟ ਹੋਊਗਾ ਜਾਂ ਫਾਰਮਰ ਦੇ ਮਨ 'ਚ ਕੋਈ ਡਾਊਟ ਹੋਊਗਾ। ਇਹ ਤਾਂ ਜੰਮੂ ਕਸ਼ਮੀਰ ਵਾਂਗੂ ਲੈਣੇ ਹੀ ਸੈਂਪਲ ਕੰਪਨੀ ਦੇ ਗਡਾਊਨ 'ਚੋਂ ਚਾਹੀਦੇ ਆ, ਵੀ ਉਹ ਇਸ਼ੂ ਹੀ ਨਹੀਂ ਰਹਿਣਾ ਨਾ ਜੀ। ਵੀ ਅੱਗੇ ਤਾਂ ਇਸ਼ੂ ਫੇਰ ਹੈ ਵੀ ਜੇ ਉਹਨਾਂ ਤੋਂ ਸੈਂਪਲ ਲੈਣੇ ਆ, ਫਿਰ ਸੁਸਾਇਟੀਆਂ ਤੋਂ ਸੈਂਪਲ ਕਿੰਨੇ ਲੈਤੇ ਜਾਂਦੇ ਆ, ਅਸੀਂ ਕਹਿੰਦੇ ਹਾਂ ਉਹਨੂੰ ਛੱਡਤਾ, ਉਹ ਤੋਂ ਲੈ ਲਿਆ, ਵੀ ਉਹ ਸਾਰੇ ਇਸ਼ੂ ਹੀ ਖਤਮ ਹੋ ਜਾਣਗੇ। ਡਿਪਾਰਟਮੈਂਟ ਦੀ ਹੈਡੇਕ 25% ਹੀ ਰਹਿ ਜੂਗੀ। ਹਿਮਾਚਲ ਦੇ ਵਿੱਚ ਕੰਪਨੀਆਂ ਦੇ ਗਡਾਊਨਾਂ 'ਚੋਂ ਸੈਂਪਲ ਹੁੰਦੇ ਆ। ਰਾਜਸਥਾਨ ਦੇ ਵਿੱਚ ਕੈਟਾਗਰੀਆਂ ਬਣੀਆਂ ਹੋਈਆਂ ਕਿ ABC ਸ਼੍ਰੇਣੀ ਬਣੀ ਹੋਈ ਹੈ। ਪੰਜਾਬ ਦੇ ਵਿੱਚ ਹਜੇ ਤੱਕ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਮੂਵਮੈਂਟ ਕੋਈ ਵਧੀਆ ਤਰੀਕੇ ਨਾਲ ਚਲਾਉਣ ਦੀ ਲੋੜ ਹੈ। ਤਾਂ ਜਿੱਥੇ ਖੇਤੀਬਾੜੀ ਡਾਇਰੈਕਟਰ ਇਮਾਨਦਾਰ ਹੈ, ਉਹਨਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ ਕਿ ਵੀ ਮਤਲਬ ਉਹ ਹਰਿਆਣਾ ਰਾਜਸਥਾਨ ਵਾਲਾ ਕਨਸੈਪਟ ਅਪਣਾਉਂਦੇ ਆ ਜਾਂ ਹਿਮਾਚਲ ਵਾਲਾ ਅਪਣਾਉਂਦੇ ਆ, ਜਾਂ ਇਹਨਾਂ ਨੂੰ ਛੱਡ ਕੇ ਆਪਣਾ ਕੋਈ ਨਵਾਂ ਕਨਸੈਪਟ ਲੈ ਕੇ ਆਉਣ? ਉਸ 'ਚ ਤਾਂ ਜੀ ਦੇਖੋ, ਸਾਨੂੰ ਡੀਲਰਾਂ ਨੂੰ, ਫਾਰਮਰਾਂ ਨੂੰ ਜਾਂ ਆਪਣੇ ਪੰਜਾਬ ਦੇ ਜਿਹੜਾ ਹਿੱਤ 'ਚ ਹੈ ਉਹ ਸਿੱਧਾ ਇਹੀ ਹੈ ਵੀ ਪੰਜਾਬ 'ਚ ਸੇਲ ਵਾਸਤੇ ਜਿਹੜਾ ਵੀ ਮਾਲ ਆਵੇ ਉਹਦਾ ਸੈਂਪਲ ਕੰਪਨੀ ਦੇ ਗਡਾਊਨ 'ਚ ਹੋ ਜੇ। ਉਸ ਤੋਂ ਬਾਅਦ ਜੇ ਉਹ ਪਾਸ ਆਉਂਦਾ ਹੈ ਤਾਂ ਉਹਦੀ ਸੇਲ ਦੀ ਪਰਮਿਸ਼ਨ ਉਹਨਾਂ ਨੂੰ ਹੋਵੇ। ਉਦੋਂ ਬਾਅਦ ਸਾਰੇ ਆਪਦਾ ਬਿਨਾਂ ਟੈਨਸ਼ਨ ਫਰੀ ਹੋ ਕੇ ਮਾਲ ਵਿਕੇ, ਫਾਰਮਰ ਟੈਨਸ਼ਨ ਫਰੀ ਹੋ ਕੇ ਮਾਲ ਲੈ ਕੇ ਜਾਵੇ ਵੀ ਸੈਂਪਲ ਪਾਸ ਆਇਆ। ਈਵਨ ਕਿ ਕੰਪਨੀਆਂ ਨਾਲ ਪ੍ਰੋਵਾਈਡ ਵੀ ਕਰਵਾਉਣ, ਜਦੋਂ ਬਿਲਿੰਗ ਕਰਦੀਆਂ ਕਿਸੇ ਪਾਰਟੀ ਨੂੰ ਉਹਦੇ ਸੈਂਪਲ ਦੀ ਰਿਪੋਰਟ ਨਾਲ ਪ੍ਰੋਵਾਈਡ ਕਰਵਾਉਣ। ਜਿਵੇਂ ਹੁਣ ਆਪਣਾ ਹਿਊਮਨ ਬੀਇੰਗ ਹੈ, ਆਪਣੀ ਮੈਡੀਸਿਨ ਹੈ, ਉਹਦੇ ਵਾਸਤੇ ਕੋਈ ਅਥਾਰਟੀ ਲੈਟਰ ਦੀ ਲੋੜ ਨਹੀਂ ਹੁੰਦੀ, ਕੋਈ ਇਕੱਲਾ ਬਿੱਲ ਚਾਹੀਦਾ। ਤਾਂ ਇਹ ਤਾਂ ਫਿਰ ਵੀ ਇੱਕ ਫਸਲ ਹੈ, ਮਤਲਬ ਆਪਾਂ ਮੰਨਦੇ ਹਾਂ ਵੀ ਬਰਾਬਰ ਦੀ ਉਹ ਹੈ, ਪਰ ਮਾਨਵ ਦੀ ਜਾਨ ਤੋਂ ਵੱਧ ਕੇ ਨਹੀਂ ਹੈ। ਵੀ ਇਸ ਦਾ ਕਿਉਂ ਅਥਾਰਟੀ ਲੈਟਰਾਂ ਦਾ ਕਿਉਂ ਚੱਕਰ ਪਾਇਆ ਗਿਆ, ਕਿਉਂ ਜ਼ਰੂਰੀ ਕੀਤਾ ਗਿਆ, ਇਹ ਵੀ ਮਤਲਬ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹ ਚੀਜ਼ ਨੂੰ ਵੀ ਖਤਮ ਕੀਤਾ ਜਾਵੇ। ਉਤਪਾਦਕ ਸਹੀ ਮਾਲ ਵੇਚਣਾ ਚਾਹੁੰਦਾ ਹੈ, ਡੀਲਰ ਸਹੀ ਮਾਲ ਅੱਗੇ ਮਤਲਬ ਵੇਚਣਾ ਚਾਹੁੰਦਾ ਹੈ, ਉਸ ਤੋਂ ਬਾਅਦ ਕਿਸਾਨ ਸਹੀ ਮਾਲ ਖਰੀਦਣਾ ਚਾਹੁੰਦਾ ਹੈ।
ਤਿੰਨਾਂ ਦਾ ਤਾਲਮੇਲ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਐਗਰੀਕਲਚਰ ਡਿਪਾਰਟਮੈਂਟ ਹੀ ਠੀਕ ਕਰ ਸਕਦਾ ਹੈ। ਉਹਨਾਂ ਨੂੰ ਕੋਈ ਅਸਾਰੂ ਤੇ ਫਰੂਟਫੁਲ ਨੀਤੀ ਲਿਆਉਣ ਦੀ ਜ਼ਰੂਰਤ ਹੈ। ਧੰਨਵਾਦ ਜੀ।